ਦਾ ਸਵਾਗਤ ਜੀ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ ਮੈਂ ਕਪਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਆਸਤੇ ਸਟੱਡੀ ਵੀਜ਼ਾ ਐਕਸਪਰਟ। ਸੋ ਫਿਲਹਾਲ ਜੀ ਤੁਹਾਡੇ ਕੋਲੇ ਮੌਕਾ ਦੇਸ਼ ਪ੍ਰਦੇਸ਼ ਲਾਈਵ ਦਾ ਇਹ ਮੰਚ ਸਾਂਝਾ ਕਰਨ ਦਾ, ਯਾਨੀ ਜਿੰਨੇ ਵੀ ਦਰਸ਼ਕ ਜੀ ਇਸ ਵੇਲੇ ਟੀਵੀ ਦੇ ਅੱਗੇ ਬੈਠੇ ਨੇ ਤੁਸੀਂ ਕਾਲ ਕਰ ਸਕਦੇ ਹੋ ਜਿਨ੍ਹਾਂ ਨੇ ਵਿਦੇਸ਼ ਜਾਣਾ ਹੈ। ਸੋ ਤੁਹਾਡੀ ਕੈਟੇਗਰੀ ਜੀ, ਤੁਹਾਡੀ ਪ੍ਰੋਫਾਈਲ ਯਾਨੀ ਕੀ ਰਹੇਗੀ ਜੀ, ਕਿਸ ਅਕੋਰਡਿੰਗ ਅਸੀਂ ਅਪਲਾਈ ਕਰਨਾ, ਕਿਸ ਤਰ੍ਹਾਂ ਅਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਤਾਂ ਤੁਹਾਡੇ ਸਾਰੇ ਸਵਾਲਾਂ ਦਾ ਜਿਹੜਾ ਹੱਲ ਹੈ ਜੀ ਉਹ ਮਿਲੇਗਾ ਇਸ ਮੰਚ ਦੇ ਉੱਤੇ। ਤੇ ਅੱਜ ਸਾਡੇ ਨਾਲ ਨੇ ਜੀ ਮੈਡਮ ਕੰਚਨ ਇੱਕ ਵਾਰ ਫਿਰ ਤੋਂ AECC ਤੋਂ। ਹੈਲੋ ਮੈਮ, ਵੈਲਕਮ ਟੂ ਦਿਸ ਸ਼ੋ। ਥੈਂਕ ਯੂ। ਸੋ ਕਹਿੰਦੇ ਨੇ ਜੀ ਜੇ ਸਟੱਡੀ ਅਬਰੋਡ ਦੀ ਹੈ ਚਾਹ ਤਾਂ AECC ਵਿਖਾਏਗਾ ਰਾਹ। ਸੋ ਫਿਲਹਾਲ ਜੀ ਤੁਹਾਡੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਲੈ ਕੇ ਆ ਰਹੇ ਨੇ ਸੈਮੀਨਾਰ। ਸੋ ਇੱਕ ਵਾਰੀ ਪਹਿਲਾਂ ਉਹਦੇ ਉੱਤੇ ਡਿਸਕਸ ਕਰ ਲੈਂਦੇ ਹਾਂ ਕਿੱਦਾਂ ਦੀਆਂ ਪ੍ਰੋਫਾਈਲਸ, ਕੀ ਕੈਟਾਗਰੀ ਰਹੇਗੀ ਸੀ, ਕਿੱਦਾਂ ਤੁਸੀਂ ਯਾਨੀ ਕਿ ਕਿਹੜੀ ਕੰਟਰੀ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਫਿਲਹਾਲ ਤੁਹਾਨੂੰ ਮਿਲੇਗਾ। ਸਭ ਤੋਂ ਪਹਿਲਾਂ ਇਹਦੇ ਉੱਤੇ ਮੈਂ ਹਾਂਜੀ, ਸੋ ਅਸੀਂ ਹੁਣ ਗਲੋਬਲ ਐਜੂਕੇਸ਼ਨ ਫੇਅਰ ਲੈ ਕੇ ਆ ਰਹੇ ਹਾਂ। ਸਾਡੀ ਪੰਜਾਬ ਦੇ ਵਿੱਚ 3 ਬ੍ਰਾਂਚਿਸ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ AECC ਗਲੋਬਲ ਇੱਕ ਮਲਟੀਨੈਸ਼ਨਲ ਕੰਪਨੀ ਹੈ। ਪੂਰੇ ਇੰਡੀਆ ਦੇ ਵਿੱਚ ਸਾਡੀ ਪ੍ਰੈਜ਼ੈਂਸ ਹੈ। ਪੰਜਾਬ ਦੇ ਵਿੱਚ ਸਾਡੀਆਂ 3 ਬ੍ਰਾਂਚਿਸ ਹੈ, ਜਲੰਧਰ, ਲੁਧਿਆਣਾ ਤੇ ਚੰਡੀਗੜ੍ਹ। ਤੇ ਅਸੀਂ ਇਹਨਾਂ ਤਿੰਨਾਂ ਸਿਟੀਜ਼ ਦੇ ਵਿੱਚ ਅਗਲੇ ਹਫਤੇ ਆਪਣਾ ਗਲੋਬਲ ਐਜੂਕੇਸ਼ਨ ਫੇਅਰ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ 100 ਤੋਂ ਵੀ ਵੱਧ ਯੂਨੀਵਰਸਿਟੀਜ਼ ਪਾਰਟਿਸਿਪੇਟ ਕਰਨਗੀਆਂ। ਤਾਂ ਸਟੂਡੈਂਟਸ, ਸਾਰੇ ਸਟੂਡੈਂਟਸ, ਚਾਹੇ ਉਹ ਕਲਾਸ 12th ਦੇ ਐਗਜ਼ਾਮ ਦੇ ਕੇ ਹਟੇ ਨੇ ਜਾਂ ਫਿਰ ਬੈਚਲਰ ਡਿਗਰੀ ਕਰ ਰਹੇ ਨੇ, ਆਪਣੇ फाइनल ईयर्स ने आगे सोच रहे हैं कि हायर एजुकेशन लिए अब्रॉड जाना है, ਜਾਂ ਫਿਰ वर्किंग स्टूडेंट्स ऑल्सो, ਉਹ ਸਾਰੇ ਆ ਕੇ ਜੋ ਵੀ ਹਾਇਰ ਐਜੂਕੇਸ਼ਨ ਲਈ ਅਬਰੋਡ ਜਾਣਾ ਚਾਹੁੰਦੇ ਨੇ ਆ ਕੇ ਇਹਨਾਂ ਯੂਨੀਵਰਸਿਟੀਜ਼ ਨੂੰ ਮਿਲ ਸਕਦੇ ਨੇ, ਆਪਣੇ ਪ੍ਰੋਫਾਈਲ ਡਿਸਕਸ ਕਰਕੇ ਔਨ ਦਾ ਸਪੌਟ ਅਪਲਾਈ ਕਰ ਸਕਦੇ ਨੇ। ਕੋਈ ਐਪਲੀਕੇਸ਼ਨ ਫੀ ਵੇਵਰ ਮਿਲਣਗੇ, ਸਕਾਲਰਸ਼ਿਪਸ ਦੀ ਇਨਫੋਰਮੇਸ਼ਨ ਮਿਲੇਗੀ, ਔਨ ਦਾ ਸਪੌਟ ਆਪਣਾ ਪ੍ਰੋਫਾਈਲ ਅਸੈਸ ਕਰਕੇ ਐਕਸਪਰਟ ਕਾਉਂਸਲਰਸ ਤੋਂ ਅਪਲਾਈ ਕਰ ਸਕਦੇ ਨੇ ਜੀ। ਸੋ ਕੰਜਨ ਮੈਮ ਸਾਰੀਆਂ ਕੰਟਰੀਜ਼ ਇਹਦੇ ਵਿੱਚ ਡੈਫੀਨਿਟਲੀ ਅਸੀਂ ਹਾਂਜੀ, ਕਿਉਂਕਿ ਕੋਵਿਡ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੈ ਸਾਰਾ ਕੁਝ ਬੰਦ ਸੀਗਾ। ਜ਼ਿਆਦਾਤਰ ਕਰਕੇ ਕੰਪਨੀਜ਼ ਨੇ ਆਪਣੇ ਵਰਚੁਅਲ ਇਵੈਂਟ ਕੀਤੇ ਨੇ ਜਾਂ ਫਿਰ ਅਲੱਗ-ਅਲੱਗ, ਜਿਵੇਂ ਆਸਟ੍ਰੇਲੀਆ 2 ਸਾਲ ਤੱਕ ਬੰਦ ਸੀ, ਨਿਊਜ਼ੀਲੈਂਡ ਹਜੇ ਤੱਕ ਵੀ ਪੂਰੀ ਤਰ੍ਹਾਂ ਓਪਨ ਨਹੀਂ ਹੋਇਆ। ਇਟ ਵਾਸ ਓਨਲੀ ਕੈਨੇਡਾ ਜੋ ਕਿ ਓਪਨ ਸੀ। ਸੋ ਨਾਓ ਇਟਸ ਬੀਨ ਅ ਲੌਂਗ ਵੇਟ। ਤਾਂ ਅਸੀਂ ਉਹ ਵੇਟ ਨੂੰ ਕਿਉਂਕਿ ਹੁਣ ਆਲਮੋਸਟ ਸਭ ਕੁਝ ਨਾਰਮਲ ਹੋ ਚੁੱਕਿਆ ਹੈ ਤੇ ਅਸੀਂ ਇਸੇ ਕਰਕੇ ਮਲਟੀ ਡੈਸਟੀਨੇਸ਼ਨ ਇਵੈਂਟ ਕਰ ਰਹੇ ਹਾਂ। ਸੋ इट्स नॉट ओनली US कैनेडा बट बाकी दे भी होर पॉपुलर कंट्री है जी। सो कॉलर साडे नाल क्योंकि देश प्रदेश लाइव प्रोग्राम चल रहा है। हां जी, सत श्री अकाल। सत श्री अकाल मैम। हां जी मैं पंकज बात कर रहा हूँ करनाल हरियाणा से। हां जी बोलो जी। मैम मैं 2020 पास आउट हूँ, मेडिकल स्ट्रीम से 72.4% है मैम मेरे। ओके हाँ जी, पीटी में ओवरऑल 67 है मैम, रीडिंग में 64 है और में 7 ही है मतलब, और रीडिंग को छोड़ के रीडिंग में 6.5 है। ओके ठीक है, तो अभी क्या पूछना है आपको? मैम ये पूछना था, जैसे मैंने ऑस्ट्रेलिया के लिए अप्लाई किया हुआ है, मेरा प्रीवियस मंथ में पर्थ से डेंटिस्ट वाले कोर्स में वो आया था ऑफर लेटर। तो मैम जैसे हमने ऑस्ट्रेलिया के लिए एजेंट में अप्लाई किया हुआ, तो मैम ये कंफर्म करना था कि मतलब चांसेस हैं या नहीं है। रीजनल में अप्लाई किया पर्थ में, रीजनल एरिया चांसेस हैं या नहीं है। ओके 2020 पास आउट राइट। सो मनप्रीत, तो आपने अपनी 12th के बाद क्या करा है? 2020 के बाद क्या करा है पिछले 2 साल में? हेलो हाँ जी मैम। हाँ जी मैम ना आपसे क्वेश्चन कर रहे हैं, आप मैम के सवाल को आप ध्यान से सुनो जरा। आपने 12th खत्म करने के बाद क्या करा है, मतलब आपने 21 में क्या करा? डिड यू टेक एडमिशन? आपने कहीं एडमिशन लिया था? मैम एडमिशन लिया, लेकिन एक वेरीफाइड डिप्लोमा लगाया हुआ है मेडिकल का। अच्छा, सो देखो अदरवाइज अगर मैं आपका प्रोफाइल एकेडमिकली देखूं, ये बहुत स्ट्रॉन्ग प्रोफाइल है, आपकी परसेंटेज भी अच्छी है, आपका पीटी का स्कोर भी अच्छा है, एंड प्लस आपने जो 21 का अपना गैप भी एक्सप्लेन करा है। सो आई डोंट सी एनी प्रॉब्लम विद योर वीज़ा। बट ये एक्चुअली ऑस्ट्रेलिया थोड़ा सा नॉर्मल से ज़्यादा टाइम ले रहा है वीज़ा असेस करने में, ऑलमोस्ट 1 मंथ से थोड़ा ऊपर लग रहा है वीज़ा आने में। बट अदरवाइज अगर आपका प्रोफाइल देखें ओवरऑल, सो इट्स अ गुड प्रोफाइल एंड आई थिंक यू शुड बी गेटिंग योर वीज़ा सून।
ਜੀ ਸੋ ਵੀਜ਼ਾ ਆਣਾ ਚਾਹੀਦਾ ਸੀ ਅਕੋਰਡਿੰਗ ਟੂ ਤੁਹਾਡੀ ਪ੍ਰੋਫਾਈਲ ਜਿੱਦਾਂ ਤੁਸੀਂ ਅਪਲਾਈ ਕੀਤਾ ਹੋਇਆ। ਅੱਛਾ ਯਾਨੀ 20 ਵਾਲਿਆਂ ਨੂੰ ਹੁਣ ਕੋਈ ਦਿੱਕਤ ਨਹੀਂ ਅਗਰ ਹੁਣ ਵੀ ਆਪਾਂ ਅਪਲਾਈ ਕਰਨਾ ਹੋਵੇ? सी देखो अगर 1 साल तक दा गैप ऑलमोस्ट सारी ऑस्ट्रेलियन यूनिवर्सिटीज एंड जो कॉलेजेस हैं वो एक्सेप्ट कर रहे हैं कि क्योंकि कोविड दा टाइम सीगा बहुत सारे बच्चों ਦੇ ਰਿਜ਼ਲਟ ਲੇਟ ਹੋਏ ਐਡਮਿਸ਼ਨ ਨਹੀਂ ਲੈ ਸਕੇ ਬਟ ਜਿਵੇਂ ਇਹਨਾਂ ਨੇ 21 ਦੇ ਵਿੱਚ 2020 ਦੇ ਵਿੱਚ 12th ਕੀਤੀ 21 ਦੇ ਵਿੱਚ ਇਹਨਾਂ ਨੇ ਇੱਕ ਡਿਪਲੋਮਾ ਕੀਤਾ ਸੋ ਹੀ ਹੈਜ਼ ਆਲਰੇਡੀ ਜਸਟੀਫਾਈਡ ਹਿਸ ਗੈਪ ਸੋ देयर इज नो प्रॉब्लम अगर ਤੁਸੀਂ ਪ੍ਰੋਪਰ ਜਸਟੀਫਿਕੇਸ਼ਨ ਦੇ ਰਹੇ ਹੋ। ਪਹਿਲਾਂ ਵਾਲੇ ਜਿਹੜੇ ਹੁਣ ਸਟੂਡੈਂਟ ਨੇ 19 ਵਾਲੇ ਡੂ ਯੂ ਥਿੰਕ ਸੋ ਨਹੀਂ ਡਿਫਿਕਲਟ ਹੋਏਗਾ ਬਿਕਾਜ਼ ਕੀ ਹੈ ਕਿ ਆਸਟ੍ਰੇਲੀਆ ਜਨਰਲੀ 1 ਸਾਲ ਤੋਂ ਉੱਪਰ ਤੱਕ ਦੇ ਗੈਪ ਨੂੰ ਇਸ਼ੂ ਕ੍ਰੀਏਟ ਕਰਦਾ ਹੈ ਅਗਰ ਤੁਸੀਂ ਕੁਝ ਨਹੀਂ ਕੀਤਾ ਬਟ ਅਗਰ ਤੁਸੀਂ ਤੁਹਾਡੇ ਕੋਲ ਐਵੀਡੈਂਸ ਹੈ ਕਿ ਤੁਸੀਂ ਕਿਸੇ ਐਕਟੀਵਿਟੀ ਚ ਇਨਵੋਲਵ ਸੀ ਤਾਂ ਕੋਈ ਵੀ ਇਸ਼ੂ ਨਹੀਂ ਹੈ ਜੀ। ਸੋ ਅਗਰ ਇੱਥੇ ਅਸੀਂ ਗੱਲ ਕਰੀਏ ਜੀ ਕੈਨੇਡਾ ਦੀ ਤਾਂ ਕੈਨੇਡਾ ਇਸ ਵਾਰੀ ਦੇਖੇਗਾ ਕੈਨੇਡਾ ਕੰਸੀਡਰ ਕਰ ਰਿਹਾ ਗੈਪ ਵਾਲੇ ਸਟੂਡੈਂਟਸ ਨੂੰ ਕਿ ਹਾਂਜੀ ਤੁਸੀਂ ਕੀ ਕਰ ਰਹੇ ਸੀ ਤੁਸੀਂ ਕਿਉਂ ਨਹੀਂ ਅਪਲਾਈ ਕੀਤਾ ਮਾਈਟ ਬੀ ਕੈਨ ਆਸਕ ਕੁਐਸਚਨ অর ਨਾਟ। ਦੇਖੋ ਕੈਨੇਡਾ ਦਾ ਪ੍ਰੋਸੈਸ ਵੀਜ਼ਾ ਪ੍ਰੋਸੈਸ ਆਸਟ੍ਰੇਲੀਆ ਤੋਂ ਕਾਫੀ ਡਿਫਰੈਂਟ ਹੈ। ਆਸਟ੍ਰੇਲੀਆ ਦੇ ਵਿੱਚ ਤੁਸੀਂ ਯੂਨੀਵਰਸਿਟੀ ਜਾਂ ਕਾਲਜ ਨੂੰ ਇੰਟਰਵਿਊ ਦੇਣਾ ਹੁੰਦਾ ਉਹਦੇ ਵਿੱਚ ਤੁਸੀਂ ਐਕਸਪਲੇਨ ਕਰਦੇ ਹੋ ਉਹ ਅਗਰ ਤੁਹਾਨੂੰ ਐਕਸੈਪਟ ਕਰ ਲੈਂਦੇ ਆ ਤਾਂ ਬਹੁਤ ਹਾਈ ਚਾਂਸਸ ਹੈ ਕਿ ਹਾਈ ਕਮਿਸ਼ਨ ਵੀ ਉਸ ਪ੍ਰੋਫਾਈਲ ਨੂੰ ਐਕਸੈਪਟ ਕਰ ਲੈਂਦਾ ਹੈ। ਕੈਨੇਡਾ ਦੇ ਵਿੱਚ ਪ੍ਰੋਸੈਸ ਐਬਸੋਲੂਟਲੀ ਡਿਫਰੈਂਟ ਹੈ ਤੁਸੀਂ ਐਸਓਪੀ ਦੇ ਵਿੱਚ ਸਭ ਕੁਝ ਐਕਸਪਲੇਨ ਕਰਨਾ ਹੁੰਦਾ ਹੈ। ਅਗੇਨ ਜਿਵੇਂ ਮੈਂ ਕਿਹਾ 1 ਸਾਲ ਤੱਕ ਦੇ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ ਬਟ ਅਗਰ ਉਹ ਗੈਪ 1 ਸਾਲ ਤੋਂ ਜ਼ਿਆਦਾ ਹੈ ਤਾਂ ਹਰ ਕੰਟਰੀ ਇਹ ਐਕਸਪੈਕਟ ਕਰਦਾ ਹੈ ਕਿ ਤੁਸੀਂ ਉਹ ਗੈਪ ਨੂੰ ਐਕਸਪਲੇਨ ਕਰੋ। ਜੀ ਸੋ ਫਿਲਹਾਲ ਗੈਪ ਦੀ ਐਕਸਪਲੇਨੇਸ਼ਨ ਜੀ ਸਾਰੇ ਸਾਡੇ ਉਹਨਾਂ ਸਟੂਡੈਂਟਸ ਨੂੰ ਦੇਣੀ ਪੈਂਦੀ ਹੈ ਜਿਹੜੇ ਗ੍ਰੇਡ 12th ਖਾਸ ਤੌਰ ਤੇ ਉਸ ਤੋਂ ਬਾਅਦ ਅਸੀਂ ਪੜ੍ਹਾਈ ਨਹੀਂ ਕਰਦੇ। ਹਾਲਾਂਕਿ ਗ੍ਰੈਜੂਏਸ਼ਨ ਤੋਂ ਬਾਅਦ ਜੇ ਗੈਪ ਹੈਗਾ ਤਾਂ ਮਾਈਟ ਵੀ ਉਹਨੂੰ ਇੰਨਾ ਜ਼ਿਆਦਾ ਨਹੀਂ ਮੇਰੇ ਖਿਆਲ 'ਚ ਕਿਉਂਕਿ 12ਵੀਂ ਤੋਂ ਬਾਅਦ ਇੱਕ ਬੰਦਾ ਜਿਹੜਾ ਜੌਬ ਕਰ ਰਿਹਾ ਸਟੂਡੈਂਟ ਤਾਂ ਇੱਕ ਜਿਹੜਾ ਹੈਗਾ ਜਿਹਨੇ ਐਟਲੀਸਟ ਡਿਗਰੀ ਤਾਂ ਹੈਗੀ ਨਾ ਉਸ ਤੋਂ ਬਾਅਦ ਅਸੀਂ ਜੌਬ ਕਰ ਰਹੇ ਹਾਂ ਕਿਤੇ ਮੱਚ ਜ਼ਿਆਦਾ ਸੀ ਦੇਖੋ ਜੌਬ ਕਿਸੇ ਵੀ ਸਟੇਜ ਤੇ ਹੋ ਸਕਦੀ ਹੈ ਬਹੁਤ ਸਾਰੇ ਸਟੂਡੈਂਟ ਪਹਿਲਾਂ ਜੌਬ ਕਰਦੇ ਆ ਫਿਰ ਆਪਣੀ ਸਟੱਡੀ ਕੰਟੀਨਿਊ ਕਰਦੇ ਆ ਬਟ ਅਗਰ ਤੁਸੀਂ ਜੌਬ ਦਿਖਾ ਰਹੇ ਹੋ ਤਾਂ ਜੌਬ ਤਾਂ ਹੀ ਜ਼ਿਆਦਾ ਉਹ ਪ੍ਰੋਫਾਈਲ ਸਟਰੋਂਗ ਬਣਦਾ ਅਗਰ ਤੁਸੀਂ ਆਪਣੀ ਸੈਲਰੀ ਦੇ ਐਵੀਡੈਂਸ ਲਗਾ ਰਹੇ ਹੋ ਕਿ ਤੁਹਾਡੀ ਹਰ ਮਹੀਨੇ ਇਸ ਡੇਟ ਨੂੰ ਸੈਲਰੀ ਆ ਰਹੀ ਸੀਗੀ ਤੁਸੀਂ ਤੁਹਾਡਾ ਐਕਸਪੀਰੀਅੰਸ ਲੈਟਰ ਅਪਾਇੰਟਮੈਂਟ ਲੈਟਰ ਔਰ ਬੈਂਕ ਸਟੇਟਮੈਂਟ ਅਗਰ ਦਿਖਾਉਂਦੇ ਹੋ ਜਿੱਥੇ ਤੁਹਾਡੀ ਸੈਲਰੀ ਆ ਰਹੀ ਹੈ ਸੋ ਦੈਟ ਸ਼ੋਜ਼ ਕਿ ਤੁਸੀਂ ਜੈਨੂਇਨਲੀ ਜੌਬ ਕਰ ਰਹੇ ਸੀ ਉਸ ਚੀਜ਼ ਦੇ ਨਾਲ ਕਿਸੇ ਵੀ ਕੰਟਰੀ ਨੂੰ ਕੋਈ ਵੀ ਇਸ਼ੂ ਨਹੀਂ ਹੈ। ਸੋ ਸਾਡੇ ਸਟੂਡੈਂਟਸ ਜੀ ਜਿਹੜੇ 12 ਪੜ੍ਹੇ ਨੇ ਸੋ ਕਿਉਂਕਿ ਹੁਣ ਮੋਸਟ ਆਫ ਦੇ ਜਿਹੜੇ ਸਾਡੇ ਸਟੂਡੈਂਟ ਨੇ ਜੀ 12ਵੀਂ ਵਾਲੇ ਉਹਨਾਂ ਦੇ ਰਿਜ਼ਲਟਸ ਆ ਚੁੱਕੇ ਨੇ ਤੇ ਹੁਣ ਫॉर ਸ਼ੋਰ ਕਿ ਹਾਂਜੀ ਅਸੀਂ ਐਡਮਿਸ਼ਨ ਦਾ ਦੇਖ ਰਹੇ ਵੀ ਸਾਨੂੰ ਐਡਮਿਸ਼ਨਸ ਮਿਲ ਜਾਣ। ਸੋ ਕੈਨੇਡਾ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰ ਲਓ ਚਾਹੇ ਫਿਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ 1-2 ਮਹੀਨੇ ਤੱਕ ਜਿਹੜਾ ਹੈਗਾ ਨਿਊਜ਼ੀਲੈਂਡ ਵੀ ਪ੍ਰੋਪਰਲੀ ਓਪਨ ਹੋ ਜਾਏਗਾ ਤੁਹਾਨੂੰ ਐਡਮਿਸ਼ਨ ਜਿਹੜੀਆਂ ਹੈਗੀਆਂ ਨੇ ਤੁਸੀਂ ਉਹਦੇ ਬਾਰੇ ਡਿਸਕਸ ਕਰਨਾ ਹੈ ਤਾਂ ਤੁਸੀਂ ਜਿਹੜੇ ਸੈਮੀਨਾਰ ਹੋਣ ਜਾ ਰਹੇ ਨੇ ਜੀ ਐਜੂਕੇਸ਼ਨ ਫੇਅਰ ਹੋਣ ਜਾ ਰਹੇ ਨੇ ਇਹਨਾਂ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ ਸੋ ਦੈਟ ਕਿ ਤੁਹਾਨੂੰ ਹੋਰ ਇਨਫੋਰਮੇਸ਼ਨ ਜਿਹੜੀ ਹੈ ਮਿਲ ਸਕੇ। ਸੋ ਨੈਕਸਟ ਕਾਲਰ ਜੀ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਦੇ ਵਿੱਚ ਹੈਲੋ ਹਾਂਜੀ ਹੈਲੋ ਸਰ ਹਾਂਜੀ ਨਮਸਤੇ ਜੀ ਆਇਲਟਸ ਕਰਵਾਣੀ ਹੈ ਤੁਸੀਂ ਹਲੇ ਭੇਜਣਾ ਕਿੱਥੇ ਹੈ ਸਰ ਉਹਨਾਂ ਨੂੰ ਭੇਜਣਾ ਕਿੱਥੇ ਹੈ? ਹੈਲੋ USA ਐਜੂਕੇਸ਼ਨ ਦੱਸ ਦਿਓ ਪਲੀਜ਼ ਕਿੰਨਾ ਪੜਿਆ ਬੇਟਾ? ਪਲੱਸ 2 ਕਦੋਂ ਕੀਤੀ ਹੈ ਜੀ? ਇਸ ਵਾਰ ਕੀਤੀ ਹੈ। ਓਕੇ ਕਿੰਨੇ ਨੰਬਰ ਆ ਗਏ? 83%। 83 ਹਾਂਜੀ ਨਾਈਸ ਤੇ ਸਬਜੈਕਟ ਕਿਹੜੇ ਨੇ ਜੀ? ਆਰਟਸ ਤੇ ਸਟੂਡੈਂਟ ਹੈਗੇ ਨੇ ਰੀਸੈਂਟ ਪਾਸ ਆਊਟ 83% ਆਇਲਟਸ ਕਰਵਾਣੀ ਹੈ ਬਟ ਭੇਜਣਾ ਤੁਸੀਂ USA ਹੈ ਰਾਈਟ? USA ਕੀ ਕਰਨਾ ਪੈਂਦਾ ਉਹਦੇ ਬਾਰੇ ਪੁੱਛਣਾ ਹੈ ਨੰਬਰ ਮੈਂ ਤੇਰੇ ਹਾਂ ਠੀਕ ਹੈ ਤੁਸੀਂ ਕੰਚਨ ਮੈਮ ਕੁਝ ਪੁੱਛਣਾ ਜੀ? ਨਹੀਂ ਆਈ ਥਿੰਕ ਦੈਟ ਸ਼ੁਡ ਬੀ ਇਨਫ ਡਿਪੈਂਡਿੰਗ ਕਿ ਇਹਨਾਂ ਕੋਲ ਸਬਜੈਕਟਸ ਕਿਹੜੇ ਸੀਗੇ ਇੱਕ ਚੀਜ਼ ਆਰਟਸ ਦੇ ਹੈ ਨਾ ਇੰਪੋਰਟੈਂਟ ਹੈ ਕਿ ਸਬਜੈਕਟਸ ਕਿਹੜੇ ਸੀ। ਹੈਲੋ ਕਿਹੜੀ ਜਗ੍ਹਾ ਤੋਂ ਤੁਸੀਂ ਕਾਲ ਕਰ ਰਹੇ ਹੋ ਸਰ? ਕਪੂਰਥਲਾ ਓਕੇ ਤੁਸੀਂ ਹੁਣ ਨਾ ਜਵਾਬ ਟੀਵੀ ਦੇ ਉੱਪਰ ਸੁਣ ਲਓ ਪਲੀਜ਼ ਟੀਵੀ ਵੱਲ ਧਿਆਨ ਦੇਣਾ ਹੁਣ ਤੁਸੀਂ
ਸਰ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੱਚੇ ਨੇ 12ਵੀਂ ਦੇ ਵਿੱਚ ਸਬਜੈਕਟਸ ਕਿਹੜੇ ਲਿੱਤੇ ਹੋਏ ਸੀਗੇ ਆਰਟਸ ਦੇ ਵਿੱਚ ਵੀ। ਸੋ ਬਹੁਤ ਸਾਰੀਆਂ US ਯੂਨੀਵਰਸਿਟੀਜ਼ ਕਨਵਰਜਨ ਪ੍ਰੋਗਰਾਮ ਵੀ ਆਫਰ ਕਰਦੀਆਂ ਹਨ। ਕੋਈ ਆਈ ਡੋਂਟ ਨੋ ਕਿ ਹੁਣ ਉਹਨੇ ਸਬਜੈਕਟਸ ਕੀ ਪੜ੍ਹੇ ਹੋਏ ਆ। ਸੋ ਬਿਜ਼ਨਸ ਹਸਪਿਟੈਲਿਟੀ ਮੈਨੇਜਮੈਂਟ ਦੇ ਵਿੱਚ ਸਟੂਡੈਂਟ ਜਾ ਸਕਦਾ ਹੈ। ਆਈਲਸ ਦੀ ਰਿਕੁਆਇਰਮੈਂਟ ਕੁਝ ਯੂਨੀਵਰਸਿਟੀ ਵੱਲੋਂ ਵੇਵ ਆਫ ਵੀ ਹੋ ਜਾਂਦੀ ਹੈ ਅਗਰ ਬੱਚੇ ਦੇ ਇੰਗਲਿਸ਼ ਦੇ ਵਿੱਚ ਅੱਛੇ ਮਾਰਕਸ ਨੇ। ਬਟ ਅਦਰਵਾਈਜ਼ ਆਈਲਸ ਕਰਨਾ ਹਮੇਸ਼ਾ ਇੱਕ ਸੇਫਰ ਆਪਸ਼ਨ ਹੈ ਵੀਜ਼ਾ ਦੇ ਪੁਆਇੰਟ ਆਫ ਵਿਊ ਤੋਂ। ਸੋ ਜ਼ਿਆਦਾਤਰ ਯੂਨੀਵਰਸਿਟੀਜ਼ ਦਾ ਰਿਕੁਆਇਰਮੈਂਟ 6 ਬੈਂਡਸ ਹੀ ਹੈ US ਦੇ ਵਿੱਚ ਵੀ ਕੁਝ ਯੂਨੀਵਰਸਿਟੀਜ਼ 'ਚ ਐਡਮਿਸ਼ਨ ਲੈਣ ਲਈ। ਬਟ ਜਿੰਨਾ ਵਧੀਆ ਤੁਹਾਡਾ ਆਈਲਸ ਹੋਏਗਾ, ਜਿਵੇਂ 6.5 ਬੈਂਡਸ ਓਵਰਆਲ ਤੇ 6 ਬੈਂਡਸ ਇਨ ਈਚ ਮੋਡਿਊਲ, ਪ੍ਰੋਫਾਈਲ ਹੋਰ ਜ਼ਿਆਦਾ ਸਟਰੋਂਗ ਹੁੰਦਾ ਹੈ। ਸੋ ਡਿਪੈਂਡ ਕਰਦਾ ਕਿ ਸਟੂਡੈਂਟ ਨੇ ਕਿਹੜੇ ਸਬਜੈਕਟਸ ਪੜ੍ਹੇ ਹੋਏ ਆ ਆਪਣੀ ਕਲਾਸ 12th ਦੇ ਵਿੱਚ, ਉਹਦੇ ਬੇਸਿਸ ਤੇ ਤੁਸੀਂ ਅਗਲਾ ਪ੍ਰੋਗਰਾਮ ਲੈ ਸਕਦੇ ਹੋ ਬੈਚਲਰ ਡਿਗਰੀ। ਤੇ ਜਿਵੇਂ ਮੈਮ ਨੇ ਦੱਸਿਆ ਕਿ ਸਾਡੇ 3 ਸਿਟੀਜ਼ ਦੇ ਵਿੱਚ ਇਵੈਂਟ ਹੈਗੇ ਆ। ਤੁਸੀਂ ਕਪੂਰਥਲਾ ਰਹਿੰਦੇ ਹੋ ਤੇ ਸ਼ਾਇਦ ਜਲੰਧਰ ਜਾਂ ਲੁਧਿਆਣਾ ਚੋਂ ਕਿਸੇ ਇੱਕ ਵੀ ਸਿਟੀ 'ਚ ਤੁਸੀਂ ਆ ਕੇ US ਦੀ ਯੂਨੀਵਰਸਿਟੀਜ਼ ਨੂੰ ਮਿਲ ਸਕਦੇ ਹੋ, ਆਪਣਾ ਪ੍ਰੋਫਾਈਲ ਅਸੈਸ ਕਰਾ ਕੇ ਔਨ ਦਾ ਸਪੌਟ ਐਡਮਿਸ਼ਨ ਵੀ ਲੈ ਸਕਦੇ ਹੋ, ਐਪਲੀਕੇਸ਼ਨ ਤੁਸੀਂ ਪਾ ਸਕਦੇ ਹੋ ਜੀ। ਸੋ USA ਹਾਲਾਂਕਿ ਬਿਨਾ ਆਇਲਟਸ ਤੋਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਡੇ ਕੋਲੇ ਆਪਸ਼ਨ ਹੁੰਦੀ ਹੈ ਕਿ ਤੁਸੀਂ ਬਿਨਾ ਆਇਲਟਸ ਤੋਂ ਵੀ ਅਪਲਾਈ ਕਰ ਸਕਦੇ ਹੋ। ਬਟ ਆਇਲਟਸ ਕਰ ਲਾਂਗੇ ਤਾਂ ਇੱਕ ਪਲੱਸ ਪੁਆਇੰਟ ਹੋ ਜਾਏਗਾ ਕਿ ਅਗਰ USA ਦਾ ਚਲੋ ਮਾਈਟ ਵੀ ਅਗਰ ਨਹੀਂ ਸਾਡਾ ਬਣਦਾ ਤਾਂ ਸਾਈਡ ਬਾਈ ਸਾਈਡ ਕਿਸੇ ਹੋਰ ਕੰਟਰੀ ਦੀ ਵਾਸਤੇ ਵੀ ਆਫਰ ਲੈਟਰ ਅਪਲਾਈ ਕਰਦੀ ਹੈ। ਹਾਂਜੀ, ਕਿਉਂਕਿ ਮਲਟੀ ਡੈਸਟੀਨੇਸ਼ਨ ਇਵੈਂਟ ਹੈ, ਤੁਹਾਨੂੰ ਕੋਈ ਨਹੀਂ ਰੋਕ ਰਿਹਾ, ਤੁਸੀਂ ਜਿੰਨੇ ਮਰਜ਼ੀ ਕੰਟਰੀਜ਼ ਦੇ ਵਿੱਚ ਜਿੰਨੇ ਮਰਜ਼ੀ ਇੰਸਟੀਟਿਊਸ਼ਨ ਦੇ ਵਿੱਚ ਆ ਕੇ ਅਪਲਾਈ ਕਰ ਸਕਦੇ ਹੋ। ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਇਵੈਂਟ 'ਚ ਆ ਕੇ ਐਪਲੀਕੇਸ਼ਨ ਫੀ ਵੇਵਰ ਵੀ ਦੇ ਰਹੀਆਂ। ਸੋ ਤੁਸੀਂ ਡਿਫਰੈਂਟ ਕੰਟਰੀਜ਼ ਤੋਂ ਇਨਫੋਰਮੇਸ਼ਨ ਲੈ ਕੇ ਅਪਲਾਈ ਕਰ ਸਕਦੇ ਹੋ ਜੀ। ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੇ ਮੈਡਮ ਕੰਚਨ ਹੈ ਜੀ ਸਾਡੇ ਨਾਲ। ਤੇ ਇਹਨਾਂ ਜਿਹੜੀ ਕੰਪਨੀ ਹੈ ਜੀ, ਇਹਨਾਂ ਦੀ ਟੈਗ ਲਾਈਨ ਹੀ ਇਹੀ ਹੈ ਵੀ ਜੇ ਸਟੱਡੀ ਅਬਰੋਡ ਦੀ ਹੈ ਚਾਹ ਤਾਂ AECC ਵਿਖਾਏਗਾ ਤੁਹਾਨੂੰ ਰਾਹ। ਸੋ ਆਈ ਐਮ ਸ਼ੋਰ ਜੀ ਕਿ ਇਹਨਾਂ ਜਿਹੜੇ ਇਹ ਸੈਮੀਨਾਰ ਹੈਗੇ ਨੇ, ਜਿਹੜੇ ਐਜੂਕੇਸ਼ਨ ਫੇਅਰ ਨੇ, ਇਹਨਾਂ ਉੱਥੇ ਪਹੁੰਚ ਕੇ ਤੁਹਾਨੂੰ ਇੱਕ ਚੰਗੀ ਜਿਹੜੀ ਇਨਫੋਰਮੇਸ਼ਨ ਹੈ ਜੀ ਵਿਦੇਸ਼ ਜਾਣ ਨੂੰ ਲੈ ਕੇ, ਪੜ੍ਹਾਈ ਨੂੰ ਲੈ ਕੇ, ਸਟੱਡੀ ਵੀਜ਼ਾ ਨੂੰ ਲੈ ਕੇ ਉਹ ਜ਼ਰੂਰ ਮਿਲੇਗੀ। ਸੋ ਆਪਣੇ ਡਾਕੂਮੈਂਟਸ ਜਿਹੜੇ ਨੇ ਨਾ ਉਹਨਾਂ ਨੂੰ ਰੈਡੀ ਰੱਖਿਆ ਕਰੋ, ਜਿਨ੍ਹਾਂ ਦੀ ਅਸੈਸਮੈਂਟ ਦੇ ਬਿਹਾਫ ਤੇ ਤੁਹਾਨੂੰ ਗਾਈਡ ਕੀਤਾ ਜਾਂਦਾ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਸੁਜੈਸਟ ਕੀਤਾ ਜਾਂਦਾ, ਤੁਹਾਨੂੰ ਐਡਵਾਈਸ ਕੀਤਾ ਜਾਂਦਾ। ਸੋ ਨੈਕਸਟ ਕਾਲਰ। ਹੈਲੋ हेलो हेलो हाँ जी मैम, मुझे MBA करनी है कनाडा से, उसके बारे में क्लियर डिटेल्स चाहिए थी। हाँ जी पूछो जी, दसो की पूछना है। हम MBA में आइल्स करना पड़ेगा, BMAT कंपलसरी है, कोई अच्छी यूनिवर्सिटी अगर आप रिकमेंड कर सकते हो। MBA हमें MBA सिर्फ समझ में आया है सॉरी क्या कह रहे हैं आप? MBA के बाद MBA इन कनाडा। MBA इन कनाडा आई थिंक। MBA कनाडा पढ़ना चाहते हैं? यस मैम। अच्छा, सो आपकी ग्रेजुएशन में परसेंटेज क्या है? हम ग्रेजुएशन में 72। और किस चीज़ में आपने ग्रेजुएशन करी है? बिजनेस में, कॉमर्स में, किस में करा है? BBA करा है। ओके, सो अगर देखो, पहली बात तो ये है कि कनाडा में लिमिटेड ऑप्शंस हैं जहाँ पे आप 15 ईयर एजुकेशन के साथ जा सकते हो। मतलब बहुत कम यूनिवर्सिटीज़ हैं वो जो कि ग्रेजुएशन 3 इयर्स की ग्रेजुएशन को एक्सेप्ट करती हैं, बट फिर भी बहुत सारी यूनिवर्सिटीज़ ऐसी भी हैं जो ये एक्सेप्ट करती हैं, और उनमें से कुछ पब्लिक यूनिवर्सिटीज़ भी हैं। सो वेदर इट इज़ पब्लिक और प्राइवेट, बट आपको आइल्स करना ही पड़ेगा। आइल्स इज़ अ मैंडेटरी रिक्वायरमेंट यूनिवर्सिटी में एडमिशन लेने के लिए भी, जो भी MBA में एडमिशन देती हैं, और वीज़ा के लिए ऑफ कोर्स भी ये एक मैंडेटरी रिक्वायरमेंट है। और जिन भी यूनिवर्सिटी में 15 ईयर MBA 15 ईयर एजुकेशन के साथ MBA अवेलेबल है, वहाँ पे आइल्स रिक्वायरमेंट, मिनिमम आइल्स रिक्वायरमेंट है 6.5 बैंड, नो बैंड लेस देन 6, और कुछ यूनिवर्सिटीज़ में 7 बैंड्स, नो बैंड लेस देन 6.5 की भी रिक्वायरमेंट है। सो इट डिपेंड्स आपका आइल्स क्या आता है, बेसिस ऑन दैट
आप एक यूनिवर्सिटी अपने लिए सिलेक्ट कर सकते हो, बट डेफिनेटली अच्छे ऑप्शंस हैं MBA करने के लिए। ਜੀ ਸੋ ਫਰਦਰ ਸਟੱਡੀ ਦੇ ਵਾਸਤੇ ਤੁਸੀਂ ਅਬਰੋਡ ਜਾ ਸਕਦੇ ਹੋ। ਸੀ MBA ਅੱਛਾ ਕਈ ਤਾਂ ਹੁਣ ਜਿਹੜੇ MBA ਵੀ ਕਰਕੇ ਬੈਠੇ ਨੇ ਬਟ ਦੇਖਦੇ ਨੇ ਵੀ ਸ਼ਾਇਦ ਅਸੀਂ ਵੀ ਚਲੇ ਜਾਈਏ। ਅੱਛਾ ਸਪੈਸ਼ਲ ਪ੍ਰੋਗਰਾਮਸ ਵੀ ਹੁੰਦੇ ਨੇ ਜਿੱਦਾਂ ਅਸੀਂ ਸੁਣਦੇ ਆ ਕਿ ਹਾਂਜੀ 8 ਮਹੀਨਿਆਂ ਦਾ ਪ੍ਰੋਗਰਾਮ ਹੈ ਜਾਂ 1 ਸਾਲ ਦੀ ਪੜ੍ਹਾਈ ਦੇ ਵਾਸਤੇ ਜਾ ਸਕਦੇ ਹੋ, ਕਿਹਨਾਂ ਦੇ ਵਾਸਤੇ ਨੇ? ਈਵਨ ਅਗਰ ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਹੋ ਤਾਂ ਬਹੁਤ ਸਾਰੇ ਸਟੂਡੈਂਟਸ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਆਲਰੇਡੀ ਮਾਸਟਰਸ ਕੀਤੀ ਹੋਈ ਹੈ, ਹੁਣ ਅੱਗੇ ਕਿਵੇਂ ਜਾਈਏ ਜੀ। ਦਿਸ ਇਜ਼ ਰਾਈਟ ਕਿ ਜਿਹੜੀ ਮਾਸਟਰਸ ਕੁਆਲੀਫਿਕੇਸ਼ਨ ਹੈ ਉਹ ਇੱਕ ਤਰ੍ਹਾਂ ਦੀ ਹਾਈਐਸਟ ਲੈਵਲ ਆਫ ਕੁਆਲੀਫਿਕੇਸ਼ਨ ਹੈਗੀ ਹੈ, ਬਟ ਅਗਰ ਤੁਸੀਂ ਇੱਕ ਰਿਲੇਟਡ ਸਪੈਸ਼ਲਾਈਜੇਸ਼ਨ ਲੈਂਦੇ ਹੋ, ਫੋਰ ਐਗਜ਼ਾਮਪਲ ਤੁਸੀਂ MBA ਕੀਤੀ ਹੋਈ ਹੈ, ਤੁਸੀਂ ਬੈਂਕ 'ਚ ਜੌਬ ਕਰ ਰਹੇ ਹੋ ਜਾਂ ਕਿਸੇ ਇੰਸ਼ੋਰੈਂਸ ਕੰਪਨੀ 'ਚ ਜੌਬ ਕਰ ਰਹੇ ਹੋ, ਸੋ ਤੁਸੀਂ ਰਿਲੇਟਡ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਜੋ ਕਿ ਸੇਮ ਫੀਲਡ ਦੇ ਵਿੱਚ ਸਪੈਸ਼ਲਾਈਜੇਸ਼ਨ ਦਿੰਦਾ ਹੈ, ਚਾਹੇ ਉਹ 1 ਸਾਲ ਦਾ ਹੈ ਜਾਂ 2 ਸਾਲ ਦਾ ਹੈ, ਜੋ ਕਿ ਤੁਹਾਡੇ ਵਰਕ ਪ੍ਰੋਫਾਈਲ ਨੂੰ ਕੰਪਲੀਮੈਂਟ ਕਰਦਾ ਹੈ ਕਿ ਹਾਂ ਮੈਂ MBA ਕੀਤਾ ਸੀਗਾ, ਮੇਬੀ ਉਹਦੇ 'ਚ ਮੇਰੀ ਸਪੈਸ਼ਲਾਈਜੇਸ਼ਨ ਮਾਰਕੀਟਿੰਗ ਸੀਗੀ ਜਾਂ ਅਕਾਊਂਟਿੰਗ ਸੀਗੀ, ਬਟ ਹੁਣ ਮੈਂ ਜੌਬ ਇਸ ਸੈਕਟਰ 'ਚ ਕਰ ਰਿਹਾ, ਇਸ ਕਰਕੇ ਮੈਨੂੰ ਇਹ ਵਾਲੇ ਸਪੈਸ਼ਲਾਈਜੇਸ਼ਨ 'ਚ PG ਡਿਪਲੋਮਾ ਦੇ ਨਾਲ ਮੈਨੂੰ ਮੇਰੇ ਪ੍ਰੋਫਾਈਲ ਨੂੰ ਬੈਟਰ ਹੋ ਜਾਏਗਾ, ਮੈਨੂੰ ਅੱਛੀ ਕਰੀਅਰ ਓਪਰਚੁਨਿਟੀਜ਼ ਮਿਲਣਗੀਆਂ, ਮੈਨੂੰ ਗਰੋਥ ਮਿਲੇਗੀ। ਸੋ ਗਿਵਿੰਗ ਦਿਸ ਜਸਟੀਫਿਕੇਸ਼ਨ ਤੁਸੀਂ ਡੈਫੀਨੇਟਲੀ ਇੱਕ PG ਡਿਪਲੋਮਾ ਲਈ ਕੈਨੇਡਾ ਤਾਂ ਜ਼ਰੂਰ ਜਾ ਸਕਦੇ ਹੋ, US ਵੀ ਹੋ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਅਗਰ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਫਿਰ ਤੁਸੀਂ ਇੱਕ ਤਰ੍ਹਾਂ ਦਾ ਤੁਹਾਨੂੰ ਮਾਸਟਰਸ ਹੀ ਸੋਚਣਾ ਪਏਗਾ, PG ਡਿਪਲੋਮਾਸ ਨਹੀਂ ਜਾ ਸਕਦੇ। ਬਟ ਅਗੇਨ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੱਕ ਸਟਰੋਂਗ ਜਸਟੀਫਿਕੇਸ਼ਨ ਮੰਗਦੀਆਂ ਇੱਕ ਡਬਲ ਮਾਸਟਰਸ ਡਿਗਰੀ ਲਈ ਕਿ ਤੁਸੀਂ ਆਲਰੇਡੀ ਇੱਕ ਮਾਸਟਰਸ ਕੀਤੀ ਹੋਈ ਹੈ ਤਾਂ ਦੁਬਾਰਾ ਫਿਰ ਤੁਸੀਂ ਇੱਕ ਹੋਰ ਮਾਸਟਰਸ ਲਈ ਕਿਉਂ ਜਾ ਰਹੇ ਹੋ, ਬਟ ਉਹ ਡੈਫੀਨੇਟਲੀ ਪੋਸੀਬਲ ਹੈ ਅਗਰ ਤੁਸੀਂ ਇੱਕ ਸਟਰੋਂਗ ਜਸਟੀਫਿਕੇਸ਼ਨ ਦਿੰਦੇ ਹੋ ਜੀ। ਸੋ ਖੈਰ ਅਸੀਂ ਗੱਲ ਕਰ ਲੈਂਦੇ ਸੀ ਇੱਕ ਵਾਰ ਫਿਰ ਤੋਂ ਸਾਡੇ 12 ਪੜ੍ਹੇ ਸਟੂਡੈਂਟ ਜਿਨ੍ਹਾਂ ਦੇ ਰਿਜ਼ਲਟਸ ਵੀ ਆ ਗਏ ਨੇ ਜਾਂ 1 ਜਾਂ 2 ਸਾਲ ਹੋ ਗਏ ਨੇ ਜੀ 12ਵੀਂ ਕੀਤੀ ਨੂੰ, ਤੇ ਫਿਲਹਾਲ ਤੁਸੀਂ ਅਪਲਾਈ ਕਰਨਾ ਹੈ ਕੈਨੇਡਾ ਸਟੱਡੀ ਵੀਜ਼ਾ। ਹਾਲਾਂਕਿ ਜਿਹੜੇ ਐਜੂਕੇਸ਼ਨ ਫੇਅਰ ਨੇ ਜੀ ਉਹਨਾਂ ਦੇ ਵਿੱਚ ਤਾਂ ਤੁਹਾਨੂੰ ਹਰ ਕੰਟਰੀ ਦੀ ਆਪਸ਼ਨ ਜ਼ਰੂਰ ਮਿਲੇਗੀ ਐਂਡ ਇਹ ਅਕੋਰਡਿੰਗ ਟੂ ਪ੍ਰੋਫਾਈਲ ਹੈ ਨਾ। ਅਸੀਂ ਸੋਚੀਏ ਵੀ ਹਾਂਜੀ ਮੇਰੀ ਪ੍ਰੋਫਾਈਲ ਮੈਚ ਨਹੀਂ ਕਰ ਰਹੀ ਬਟ ਮੈਂ ਜਾਣਾ ਕੈਨੇਡਾ ਹੀ ਹੈ ਜਾਂ ਸੂਟੇਬਲ ਹੀ ਹੈ ਨਹੀਂ ਜਾਂ ਵੀਜ਼ਾ ਤਾਂ ਆਣਾ ਨਹੀਂ ਹੈਗਾ ਬਟ ਜਾਣਾ ਮੈਂ ਉੱਥੇ ਹੀ ਹੈਗਾ। ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਕਿਉਂਕਿ ਮੈਨੂੰ ਬਹੁਤ ਸਾਲ ਹੋ ਗਏ ਇਸ ਫੀਲਡ 'ਚ ਔਰ ਜਦੋਂ ਮੈਂ ਸਟੂਡੈਂਟਸ ਨੂੰ ਮਿਲਦੀ ਹਾਂ ਤਾਂ ਜ਼ਿਆਦਾਤਰ ਕਰਕੇ ਸਟੂਡੈਂਟਸ ਦਾ ਮਾਈਂਡ ਸੈਟ ਹੁੰਦਾ ਹੈ ਕਿ ਉਹ ਪਹਿਲਾਂ ਤੋਂ ਡਿਸਾਈਡ ਕਰਕੇ ਆਏ ਹੁੰਦੇ ਆ ਕਿ ਸਾਨੂੰ ਇਸ ਕਾਉਂਸਲਰ ਤੋਂ ਜਾਂ ਇਸ ਆਫਿਸ ਤੋਂ ਇਹ ਰਿਪਲਾਈ ਚਾਹੀਦਾ ਹੈ। ਸੋ ਇਫ ਵੀ ਗਿਵ them an opposite ਰਿਪਲਾਈ ਕਿ ਨਹੀਂ ਇਹ ਤੁਹਾਡਾ ਪ੍ਰੋਫਾਈਲ ਸੂਟੇਬਲ ਨਹੀਂ ਹੈ ਇਸ ਕੰਟਰੀ ਲਈ ਜਾਂ ਇਸ ਪ੍ਰੋਗਰਾਮ ਲਈ, ਜਨਰਲੀ ਦੇ ਡੋਂਟ ਗਿਵ ਅਪ ਔਰ ਕਿਸੇ ਹੋਰ ਕੰਸਲਟੈਂਟ ਕੋਲ ਜਾਂਦੇ ਆ, ਸ਼ਾਇਦ ਉੱਥੇ ਪੈਸੇ ਵੀ ਦਿੰਦੇ ਆ ਬਹੁਤ ਸਾਰੇ ਐਂਡ ਦੈਨ ਦੇ ਵਿਲ ਹੈਵ ਅ ਰਿਫਿਊਜ਼ਲ ਲੈਟਰ in their hand and then they suffer. See at AECC I can proudly say that our belief is in to give completely ethical services to our students. ਅਸੀਂ ਸਟੂਡੈਂਟਸ ਤੋਂ ਕੋਈ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰਨੀ ਹੁੰਦੀ। ਸੋ ਸਾਡਾ ਪਹਿਲਾ ਬੈਨੀਫਿਟ ਤੁਹਾਡੇ ਵੀਜ਼ਾ ਦੇ ਵਿੱਚ ਹੈ। ਸੋ ਅਗਰ ਸਾਨੂੰ ਇਹ ਲੱਗਦਾ ਹੈ ਕਿ ਤੁਹਾਡਾ ਵੀਜ਼ਾ ਨਹੀਂ ਆ ਸਕਦਾ ਇਸ ਪ੍ਰੋਫਾਈਲ ਦੇ ਵਿੱਚ, we will never guide you to go for that particular program ਜਾਂ ਫਿਰ ਕੰਟਰੀ ਦੇ ਲਈ। ਸੋ ਇਹ ਬੈਨੀਫਿਟ ਹੈ ਇਸ ਮਲਟੀ ਡੈਸਟੀਨੇਸ਼ਨ ਇਵੈਂਟ 'ਚ ਆਉਣ ਦਾ ਕਿ ਅਗਰ ਕਿਸੇ ਨੂੰ ਲੱਗੇਗਾ ਕਿ ਹਾਂ ਅਗਰ ਤੁਹਾਨੂੰ ਕਾਉਂਸਲਰ ਜਾਂ ਸਾਡੇ ਵੱਲੋਂ ਇਹ ਰਿਪਲਾਈ ਮਿਲਦਾ ਕਿ ਤੁਹਾਡਾ ਪ੍ਰੋਫਾਈਲ ਇਸ ਪਾਰਟਿਕੂਲਰ ਕੰਟਰੀ ਲਈ ਸੂਟੇਬਲ ਨਹੀਂ ਹੈ ਤਾਂ ਤੁਹਾਡੇ ਕੋਲ ਹੋਰ ਬਹੁਤ ਸਾਰੇ ਆਪਸ਼ਨਸ ਹੈ, ਬੀਟ ਨਿਊਜ਼ੀਲੈਂਡ, ਆਸਟ੍ਰੇਲੀਆ, US, ਦੁਬਈ, ਜਰਮਨੀ ਵਗੈਰਾ, ਜਿੱਥੇ ਗੈਪ ਵੀ ਐਕਸੈਪਟ ਹੋ ਜਾਂਦਾ ਹੈ ਔਰ ਕੋਈ ਐਕਸਪਲੇਨੇਸ਼ਨ ਵੀ ਨਹੀਂ ਦੇਣੀ ਪੈਂਦੀ, ਜਿਵੇਂ ਸਪੈਸ਼ਲੀ ਜਿਵੇਂ ਕੰਟਰੀਜ਼ ਜਰਮਨੀ ਜਾਂ ਦੁਬਈ ਹੈਗੇ ਜੀ ਔਰ ਉਹ ਫੀਸ 'ਚ ਕਾਫੀ ਸਸਤੇ ਵੀ ਹੈ ਜੀ। ਸੋ ਫਿਲਹਾਲ ਜੀ ਆਪਣਾ ਬਜਟ ਵੀ ਜ਼ਰੂਰ ਦੇਖਣਾ ਸਾਡੇ ਸਟੂਡੈਂਟਸ ਨੇ ਜੀ, ਤੇ ਫਿਲਹਾਲ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਅਪਲਾਈ ਕਰਨਾ ਸੋ ਜਿੱਥੇ ਵੀਜ਼ਾ ਆ ਸਕੇ। ਸੋ ਸਾਡੇ ਨੈਕਸਟ ਕਾਲਰ ਜੀ। ਹੈਲੋ ਹਾਂਜੀ हमारे लड़के ने B.Tech और MBA किया। ठीक है जी। हाँ जी ठीक है, आगे दसो। और वो रिलायंस कंपनी ਵਿੱਚ 4 साल। अच्छा ठीक है जी, ठीक है। हाँ ਉਹ ਅਮਰੀਕਾ ਜਾਣਾ ਚਾਹੁੰਦਾ ਕੀ ਉਹਦੇ ਕਰਨਾ ਚਾਹੀਦਾ? ਅਮਰੀਕਾ ਉਹਨੇ ਪੜ੍ਹਾਈ ਦੇ ਤੌਰ ਤੇ ਭੇਜਣਾ ਤੁਸੀਂ ਉਹਨੂੰ? ਹਾਂਜੀ ਠੀਕ ਹੈ ਜੀ। ਹਾਂ ਓਕੇ ਠੀਕ ਹੈ ਜੀ। ਹੁਣ ਤੁਸੀਂ ਜਵਾਬ ਟੀਵੀ ਦੇ ਉੱਪਰ ਸੁਣ ਲਓ, ਟੀਵੀ ਵੱਲ ਧਿਆਨ ਦੇਣਾ ਹੁਣ ਤੁਸੀਂ।
ਸਰ ਡਿਪੈਂਡ ਕਰਦਾ ਹੈ ਕਿ ਕਿਉਂਕਿ ਉਹਨਾਂ ਨੇ ਆਲਰੇਡੀ MBA ਕੀਤੀ ਹੋਈ ਹੈ ਔਰ ਰਿਲਾਇੰਸ ਵਰਗੀ ਵਧੀਆ ਕੰਪਨੀ ਚ ਕੰਮ ਕਰ ਰਹੇ ਨੇ ਸੋ ਆਈ ਡੋਂਟ ਨੋ ਕਿ ਉਹਨਾਂ ਦਾ ਕਿਹੜਾ ਪ੍ਰੋਫਾਈਲ ਹੈ ਉੱਥੇ ਕਿਹੜੇ ਜੌਬ ਰੋਲ ਹੈਗਾ ਜੀ ਸੋ ਰਿਲੇਟਡ ਟੂ ਦੈਟ ਜੌਬ ਰੋਲ ਉਹ US ਦੀ ਯੂਨੀਵਰਸਿਟੀ ਚ ਅਗੇਨ ਇੱਕ ਹੋਰ ਮਾਸਟਰਸ ਲਈ ਜਾ ਸਕਦੇ ਨੇ ਓਕੇ ਸੋ ਪਰਸੈਂਟੇਜ ਦੇ ਨਾਲ ਨਾਲ ਉਹਨਾਂ ਨੂੰ ਅਗਰ ਤੋਂ ਤੁਸੀਂ ਬਹੁਤ ਹਾਈ ਰੈਂਕ ਦੀਆਂ ਯੂਨੀਵਰਸਿਟੀਜ਼ ਦੇਖ ਰਹੇ ਹੋ ਤਾਂ ਤੁਹਾਨੂੰ ਇੰਗਲਿਸ਼ ਲੈਂਗੁਏਜ ਦਾ ਟੈਸਟ ਵੀ ਕਰਨਾ ਪਏਗਾ ਤੇ ਇੱਕ ਹੋਰ ਟੈਸਟ ਹੁੰਦਾ ਹੈ ਜਿਹਨੂੰ GRE ਟੈਸਟ ਬੋਲਦੇ ਆ ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ ਉਹਦੇ ਬੇਸਿਸ ਦੇ ਉੱਤੇ ਤੁਸੀਂ US ਦੀ ਵਧੀਆ ਯੂਨੀਵਰਸਿਟੀਜ਼ 'ਚ ਅਪਲਾਈ ਕਰ ਸਕਦੇ ਹੋ ਬਟ ਇਹ ਐਡੀਸ਼ਨਲ ਟੈਸਟ ਜਿਹੜਾ ਹੈਗਾ ਇਹ ਸਾਰੀ ਯੂਨੀਵਰਸਿਟੀਜ਼ ਦੇ ਵਿੱਚ ਮੈਂਡੇਟਰੀ ਨਹੀਂ ਹੈ ਓਕੇ ਠੀਕ ਹੈ ਸੋ ਤੁਸੀਂ ਜਦੋਂ ਪ੍ਰੋਫਾਈਲ ਭੇਜੋਗੇ ਉਹਨੂੰ ਅਸੈਸ ਕਰਕੇ ਅਸੀਂ ਡਿਫਰੈਂਟ ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਗਰਾਮ ਸੁਜੈਸਟ ਕਰ ਸਕਦੇ ਹਾਂ ਜੀ ਜਾ ਸਕਦਾ ਜੀ ਤੁਹਾਡਾ ਬੇਟਾ ਬਟ ਇੱਕ ਵਾਰੀ ਤੁਹਾਨੂੰ ਹੁਣ ਕਾਲ ਆ ਜਾਏਗੀ ਜੀ ਜਿੱਦਾਂ ਹੀ ਸ਼ੋਅ ਖਤਮ ਹੁੰਦਾ ਹੈ ਜਾਂ ਫਿਰ ਤੁਹਾਨੂੰ ਕੱਲ ਦਿਨ ਚੜ੍ਹਦੇ ਸਾਰ ਕਾਲ ਆ ਜਾਏਗੀ ਜੀ ECC ਦੇ ਆਫਿਸ ਦੇ ਵੱਲੋਂ ਤੇ ਤੁਸੀਂ ਆਪਣਾ ਸਵਾਲ ਆਪਣੀ ਪ੍ਰੋਫਾਈਲ ਦੁਬਾਰਾ ਦੱਸਣੀ ਹੈ ਤੇ ਤੁਹਾਨੂੰ ਆਪਸ਼ਨ ਦਿੱਤੀਆਂ ਜਾਣਗੀਆਂ ਆਪਣਾ ਖਿਆਲ ਰੱਖੋ ਜੀ ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ ਥੈਂਕ ਯੂ ਸੋ ਮਚ ਕੰਚਨ ਮੈਮ ਫॉर ਬੀਇੰਗ ਵਿਦ ਅਸ ਥੈਂਕ ਯੂ ਸੋ ਨੈਕਸਟ ਟਾਈਮ ਜੀ ਮੁਲਾਕਾਤ ਕਰਦੇ ਹਾਂ ਧੰਨਵਾਦ